प्यारे साथियों, जय भीम, जय भारत, नमो बुद्धा। अचानक वीर बिल्ला सिंह ते वीर सुक्खा सिंह उन्हां दे क्लिप वेख के मैं सुनन लगा तो देखिया कि दोवें मनुख संविधान उत्ते बहुत शानदार चर्चा कर रहे हैं। ये बहुत चंगा लग्या कि दो वधिया मनुख भारत के संविधान ते चर्चा कर रहे हैं। पर मैं इस दुख नूं कदे भुला नहीं सकता कि 1982 च हालांकि मैं एक नौकरी नहीं की, कई नौकरियां कीतियां और हर बारी मैं संविधान की सौं खाधी। इहदे बावजूद भी कि संविधान दे करके मैनू फीस नहीं लगी, संविधान दे करके मैनू किताबां भी कई बार मुफ्त मिलियां, संविधान दे करके मैनू वजीफा मिलिया, संविधान दे करके मैनू नौकरी मिली, संविधान दे करके मैनू तरक्की मिली। और मेरा सारा जीवन है जिहड़ा वो बाबा साहब के लिखे संविधान के अनुसार है। और उहदे करके ही आ मैं, मेरे माँ बाप ने मैनू सिर्फ जन्म दिता, रोटी कपड़ा दिता, पर जिंदगी मैनू बाबा साहब ने दिती और भारत के संविधान ने दिती है। और एक किड्डी वड्डी लानत है कि 1982 तक मैं भारत के संविधान की ना कदे सूरत वेखी ते ना कदे सीरत वेखी। पर ज्यों ही बाबा साहब बारे चानण मिलिया, रोशनी मिली, ज्ञान मिलिया, जानकारी मिली, बोध मिली, मत मिली, अकल आई और अकल घरे मुड़ी, बाबा साहब नूं पढ़िया जानिया, तो मैं सब तो पहला भारत के संविधान के उत्ते चर्चा की। तुसीं भारती लोक नीच किवें बने, उहदे बहुत सारे वर्के देखोगे कि मैं भारत के संविधान का जिक्र किया। जदों मैं 82 तो बाद पब्लिक दे विच बोलना शुरू किया, हज़ारां हज़ारां मील दूर जाके पिंडां च, शहरां च, बस्तियां च, यूपी राजस्थान तक बोलना शुरू किया, दसना शुरू किया, तो मित्रों मैं संविधान की बहुत चर्चा की। और मैं ये भी कह देना चाहना है कि संविधान के उत्ते चर्चा बामसेफ ने शुरू की और बामसेफ ने कदे संविधान की चर्चा तो पल्ला नहीं झाड़िया। जदों भारत के संविधान नूं अटल बिहारी वाजपेयी ने KR नारायणन राष्ट्रपति के हुंदियां बदलण दा षड्यंत्र किया, उन्हें अपनी ब्राह्मणी सोच का मुजाहरा किया और वो आदमी जिहड़ा आज़ादी नाल देश की चल रही आज़ादी की लहर नाल गद्दारी करता है, माफीनामा लिख के दिंदा है और जिहड़े आज़ादी दे वास्ते लड़ रहे हैं उन्हां दे खिलाफ आगरा दे विच
ਸੈਸ਼ਨ ਕੋਰਟ ਦੇ ਵਿੱਚ ਜਾ ਕੇ ਗਵਾਹੀ ਭਰਦਾ ਹੈ, ਉਹ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ, ਇਦੋਂ ਭੈੜੇ ਹਾਲਤ ਕੀ ਹੋ ਸਕਦੇ ਆ। ਔਰ ਜਿਸ ਬੰਦੇ ਨੂੰ ਅੱਜ ਤੱਕ ਇਹ ਕਹਿੰਦੇ ਰਹੇ ਕਿ ਬਹੁਤ ਵਧੀਆ ਆਦਮੀ ਰਿਹਾ ਇਹ ਜ਼ਿੰਦਗੀ 'ਚ, ਤਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਆਜ਼ਾਦੀ ਦੇ ਖਿਲਾਫ ਮਾਫੀ ਮੰਗਣ ਵਾਲਾ ਤੇ ਆਜ਼ਾਦੀ ਲੜ ਰਹੇ ਲੋਕਾਂ ਦੇ ਖਿਲਾਫ ਗਵਾਹੀ ਦੇਣ ਵਾਲਾ ਆਦਮੀ ਦੇਸ਼ ਧਰੋਹੀ ਤਾਂ ਹੋ ਸਕਦਾ ਹੈ, ਉਹ ਭਾਰਤ ਦਾ ਪ੍ਰਧਾਨ ਮੰਤਰੀ ਕਿਵੇਂ ਹੋ ਗਿਆ ਔਰ ਉਹ ਪ੍ਰਧਾਨ ਮੰਤਰੀ ਬਣਨ ਦੇ ਯੋਗ ਕਿਵੇਂ ਬਣ ਗਿਆ। ਔਰ ਉਸ ਆਦਮੀ ਨੇ ਜਦੋਂ ਭਾਰਤ ਦੇ ਸੰਵਿਧਾਨ ਦੇ ਖਿਲਾਫ ਪੰਡਿਤ ਨਹਿਰੂ ਤੋਂ ਬਾਅਦ ਜਦੋਂ ਦੂਸਰੀ ਵਾਰ ਇਹ ਕਦਮ ਚੁੱਕਿਆ, ਅਗਰ KR ਨਰਾਇਣਨ ਦੇਸ਼ ਦੇ ਰਾਸ਼ਟਰਪਤੀ ਨਾ ਹੁੰਦੇ ਤਾਂ ਭਾਰਤੀ ਸੰਵਿਧਾਨ ਦਾ ਜੋ ਹਾਲ ਇਹ ਲੋਕ ਕਰਦੇ, ਮੇਰਾ ਖਿਆਲ ਹੈ ਸਾਨੂੰ ਇਹ ਚੇਤਾ ਵੀ ਨਾ ਰਹਿੰਦਾ ਕਿ ਸਾਡੇ ਨਾਲ ਹੋ ਕੀ ਗਿਆ ਹੈ। ਮੇਰੇ ਵੀਰੋ, ਮੈਂ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਦੇਸ਼ ਦੇ ਲੋਕਾਂ ਨੂੰ ਸੰਵਿਧਾਨ ਨੇ ਕਚਰੇ ਦੇ ਢੇਰ ਤੋਂ ਉਠਾਇਆ, ਉਹਨਾਂ ਦੇ ਮੂੰਹ 'ਚ ਨਿਵਾਲਾ ਦਿੱਤਾ, ਉਹਨਾਂ ਦੇ ਨੰਗੇ ਤਨ ਢਕੇ, ਉਹਨਾਂ ਨੂੰ ਪਬਲਿਕ ਥਾਂ ਤੇ ਪਾਣੀ ਪੀਣ ਦੇ ਯੋਗ ਬਣਾਇਆ ਔਰ ਉਹਨਾਂ ਨੂੰ ਕਾਨੂੰਨ ਦਾ ਸਹਾਰਾ ਲੈਣ ਦੇ ਯੋਗ ਬਣਾਇਆ, ਉਹਨਾਂ ਨੂੰ ਘਰ ਘਾਟ ਲੈਣ ਦਾ, ਥਾਂ ਲੈਣ ਦਾ, ਪੜ੍ਹਨ ਦਾ, ਵੋਟ ਪਾਉਣ ਦਾ, ਪ੍ਰਧਾਨ ਮੰਤਰੀ ਬਣਨ ਦਾ, ਰਾਸ਼ਟਰਪਤੀ ਬਣਨ ਦਾ ਅਧਿਕਾਰ ਦਿੱਤਾ ਹੀ ਨਹੀਂ ਹੈ, ਸਗੋਂ ਇਹ ਸਭ ਅਮਲ 'ਚ ਆਇਆ। ਇਹਦੇ ਬਾਵਜੂਦ ਵੀ ਤੁਸੀਂ ਦੇਖੋ ਕਿ ਹਰ ਵਿਧਾਨ ਸਭਾ ਦੇ ਵਿੱਚ ਪੂਰੇ ਦੇਸ਼ 'ਚ 1200 ਦੇ ਕਰੀਬ MLA ਇਕੱਲੇ ਸ਼ਡਿਊਲਡ ਕਾਸਟ ਬਣਦੇ ਆ ਔਰ ਹਰ ਸੰਸਦ ਦੇ ਵਿੱਚ ਲਗਭਗ 300 ਬੰਦੇ SC ST ਤੇ OBC ਦੇ ਸੰਸਦ ਬਣਦੇ ਆ, ਅਨੇਕਾਂ ਮੰਤਰੀ ਬਣਦੇ ਆ, ਮੁੱਖ ਮੰਤਰੀ ਵੀ ਬਣਦੇ ਆ, ਜਾਨੀ ਮਹਾਭ੍ਰਸ਼ਟੇ ਹੋਏ ਮੁੱਖ ਮੰਤਰੀ ਵੀ ਇਹਨਾਂ 'ਚੋਂ ਬਣਦੇ ਆ, ਜਿਨ੍ਹਾਂ ਦਾ ਨਾਂ ਅਕਸਰ ਮੈਂ ਲੈਂਦਾ ਰਹਿਣਾ। ਤੇ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਲੋਕਾਂ ਨੇ ਭਾਰਤ ਦੀ ਬ੍ਰਾਹਮਣਵਾਦੀ ਵਿਵਸਥਾ ਦੇ ਵਿੱਚੋਂ ਉੱਠ ਕੇ ਜਦੋਂ ਸੱਤਾ ਹਾਸਲ ਕੀਤੀ ਔਰ ਸੰਵਿਧਾਨ ਦੀ ਸਹੁੰ ਖਾ ਕੇ ਕੁਰਸੀ ਤੇ ਬੈਠੇ, ਤਾਂ ਬਹੁ ਗਿਣਤੀ ਨੇ ਸੰਵਿਧਾਨ ਨੂੰ ਨਾ ਪਛਾਣਿਆ, ਨਾ ਜਾਣਿਆ ਔਰ ਨਾ ਲੋਕਾਂ ਤੱਕ ਲਿਆਂਦਾ। ਜਿਨ੍ਹਾਂ ਲੋਕਾਂ ਨੇ ਵਿੱਦਿਆ ਹਾਸਲ ਕੀਤੀ ਸੰਵਿਧਾਨ ਕਰਕੇ, ਨੌਕਰੀ ਹਾਸਲ ਕੀਤੀ ਸੰਵਿਧਾਨ ਕਰਕੇ, ਵੱਡੇ ਵੱਡੇ ਰੁਤਬਿਆਂ ਤੱਕ ਪਹੁੰਚੇ ਸੰਵਿਧਾਨ ਕਰਕੇ, ਔਰਤਾਂ ਚਾਹੇ ਉਹ ਬ੍ਰਾਹਮਣ ਔਰਤ ਵੀ ਇੱਕੋ ਨਾ ਹੋਵੇ, ਔਰਤਾਂ ਨੇ ਜਿਹੜੀ ਬਰਾਬਰ ਦੀ ਆਜ਼ਾਦੀ ਲਈ ਉਹ ਸੰਵਿਧਾਨ ਕਰਕੇ, ਇਹਦੇ ਬਾਵਜੂਦ ਵੀ ਭਾਰਤ ਦਾ ਸੰਵਿਧਾਨ ਕੋਈ ਮਾਅਨੇ ਨਹੀਂ ਰੱਖਦਾ ਇਹਨਾਂ ਲੋਕਾਂ ਵਾਸਤੇ। ਇਹਨਾਂ ਲੋਕਾਂ ਵਾਸਤੇ ਮੰਦਰ ਗੁਰਦੁਆਰੇ ਮਾਅਨੇ ਰੱਖਦੇ ਆ, ਮੜੀਆਂ ਮਸਾਣ ਮਾਅਨੇ ਰੱਖਦੇ ਆ, ਦਰਗਾਹਾਂ ਜਿਹੜੀਆਂ ਉਹ ਇਹਨਾਂ ਵਾਸਤੇ ਮਾਅਨੇ ਰੱਖਦੀਆਂ, ਇੱਟਾਂ ਵੱਟੇ ਮਾਅਨੇ ਰੱਖਦੇ ਆ ਔਰ ਕਲਪੁੱਤ ਦੇਵੀ ਦੇਵਤੇ ਮਾਅਨੇ ਰੱਖਦੇ ਆ। ਹੋਰ ਤਾਂ ਹੋਰ ਜਿਹੜਾ ਚੋਲੇ ਪਾ ਲੈਂਦੇ ਆ ਲੋਕ, ਉਹ ਵੀ ਸੰਵਿਧਾਨ ਤੋਂ ਵੱਧ ਕਿਤੇ ਮਾਅਨੇ ਰੱਖਦੇ ਆ।
ਸੰਵਿਧਾਨ ਦੀ ਕਿਸੇ ਨੇ ਪਰਵਾਹ ਨਹੀਂ ਕੀਤੀ, ਪਰ ਚੋਲਾਧਾਰੀਆਂ ਦੀ ਫੌਜ ਭਾਰਤ ਦੀ ਸਮੁੱਚੀ ਫੌਜ ਤੋਂ ਜ਼ਿਆਦਾ ਨਹੀਂ ਤਾਂ 3 ਗੁਣਾ ਜ਼ਿਆਦਾ ਹੈ। ਜਿਹੜੇ ਲੋਕ ਰੱਬ ਦਿਖਾ ਸਕਦੇ ਆ, ਜਿਹੜੇ ਲੋਕ ਕੁਲਾਂ ਤਾਰ ਸਕਦੇ ਆ, ਜਿਹੜੇ ਲੋਕ ਨਰਕ ਤੋਂ ਛੁਟਕਾਰਾ ਦਵਾ ਸਕਦੇ ਆ, ਭਵ ਸਾਗਰ ਪਾਰ ਕਰਾ ਸਕਦੇ ਆ, ਜਿਹੜੇ ਲੋਕ ਸੁਰਗ ਬੈਕੁੰਠ ਤੇ ਸੱਚਖੰਡ ਪਹੁੰਚਾ ਸਕਦੇ ਆ, ਜਿਹੜੇ ਲੋਕ ਸੁਰਗਾਪੁਰੀ, ਬ੍ਰਹਮਪੁਰੀ, ਇੰਦਰਪੁਰੀ ਉੱਥੋਂ ਤੱਕ ਪਹੁੰਚਾ ਸਕਦੇ ਆ, ਔਰ ਜਿਹੜੇ ਲੋਕ ਸ਼ਰਾਬ ਦੇ ਕੇ ਧਰਤੀ ਨੂੰ ਬਰਬਾਦ ਕਰ ਸਕਦੇ ਆ, ਜਿਹੜੇ ਪਹਾੜ ਪੁੱਠੇ ਕਰ ਸਕਦੇ ਆ, ਧਰਤੀ ਨੂੰ ਘੁਮਾ ਸਕਦੇ ਆ, ਜਿਹੜੇ ਲੋਕ ਬੈਠੇ ਬਿਠਾਏ ਬਿਨਾਂ ਕਿਸੇ ਗੱਲ ਦੇ ਲੋਕਾਂ ਨੂੰ ਰੱਬ ਦਾ ਵਿਸ਼ਵਾਸ ਕਰਾ ਸਕਦੇ ਆ, ਔਰ ਮਰਨ ਤੋਂ ਬਾਅਦ ਰੱਬ ਦੀ ਝੋਲੀ 'ਚ ਬਿਠਾਉਣ ਦਾ ਸਰਟੀਫਿਕੇਟ ਦੇ ਸਕਦੇ ਆ, ਉਹ ਲੋਕ ਭਾਰਤ ਦੀ ਫੌਜ ਉਹਨਾਂ ਦੀ ਸੁਰੱਖਿਆ ਕਰਦੀ ਆ। ਜਾਣੀ ਜਿਹੜੇ ਰੱਬ ਦੇ ਖਾਸ ਫਰਜ਼ੰਦੇ ਖਾਸ ਹੈ, ਉਹਨਾਂ ਦੀ ਰੱਖਿਆ ਜਾਂ ਤਾਂ ਪੁਲਿਸ ਕਰਦੀ ਹੈ ਜਾਂ ਫੌਜ ਕਰਦੀ ਹੈ। ਜਾਣੀ ਸੰਵਿਧਾਨ ਨੇ ਫੌਜ ਤਿਆਰ ਕੀਤੀ, ਔਰ ਇਹ ਚੋਲਾਧਾਰੀਆਂ ਨੇ ਭਗਵਾਨ ਪੈਦਾ ਕੀਤਾ। ਮਨੁੱਖ ਨੇ ਸੰਵਿਧਾਨ ਪੈਦਾ ਕੀਤਾ, ਲੋਕਤੰਤਰ ਪੈਦਾ ਕੀਤਾ, ਆਜ਼ਾਦੀ ਪੈਦਾ ਕੀਤੀ, ਅਧਿਕਾਰ ਪੈਦਾ ਕੀਤੇ, ਸੁਰੱਖਿਆ ਪੈਦਾ ਕੀਤੀ, ਸ਼ਕਤੀ ਪੈਦਾ ਕੀਤੀ, ਔਰ ਇਹਨਾਂ ਚੋਲਾਧਾਰੀਆਂ ਨੇ ਭਗਵਾਨ ਪੈਦਾ ਕੀਤਾ। ਔਰ ਚੋਲਾਧਾਰੀਆਂ ਦਾ ਭਗਵਾਨ ਦੁਨੀਆ ਦਾ, ਬ੍ਰਹਿਮੰਡ ਦਾ ਪੂਰਾ ਸਭ ਤੋਂ ਵੱਧ ਸ਼ਕਤੀਸ਼ਾਲੀ ਕੋਈ ਸ਼ੈ ਆ। ਇਹਦੇ ਬਾਵਜੂਦ ਵੀ ਕਿ ਲੱਖਾਂ ਚੋਲਾਧਾਰੀ ਭਾਰਤ ਦੀ ਹਰ ਗਲੀ 'ਚ ਘੁੰਮਦੇ ਆ, ਜਾਂ ਹਰ ਗਲੀ ਭਾਰਤ ਦੀ ਇਹਨਾਂ ਚੋਲਾਧਾਰੀਆਂ ਦੇ ਇਰਦ ਗਿਰਦ ਘੁੰਮਦੀ ਹੈ, ਇਹਦੇ ਬਾਵਜੂਦ ਵੀ ਸੰਵਿਧਾਨ ਦੇ ਵਿੱਚੋਂ ਨਿਕਲੀ ਫੌਜ ਤੇ ਪੁਲਿਸ ਇਹਨਾਂ ਚੋਲਾਧਾਰੀਆਂ ਦੀ ਰੱਖਿਆ ਕਰਦੀ ਆ। ਤੇ ਜਿਹੜੇ ਲੋਕ ਭਗਵਾਨ ਤੋਂ ਬਿਨਾ ਬੁਰਕੀ ਅੰਦਰ ਨਹੀਂ ਕਰਦੇ, ਪਾਣੀ ਦੀ ਘੁੱਟ ਅੰਦਰ ਨਹੀਂ ਕਰਦੇ, ਪੈਰ ਨਹੀਂ ਚੁੱਕਦੇ, ਸਵੇਰੇ ਸੂਰਜ ਦਾ ਮੂੰਹ ਨਹੀਂ ਵੇਖਦੇ, ਉਹ ਆਦਮੀ ਜਿਨ੍ਹਾਂ ਦਾ ਜਿਉਣਾ ਮਰਨਾ ਭਗਵਾਨ ਦੇ ਨਾਂ ਨਾਲ ਜੁੜਿਆ ਹੋਇਆ ਹੈ, ਉਹਨਾਂ ਲੋਕਾਂ ਨੂੰ ਵਿੱਦਿਆ ਦਿੱਤੀ ਸੰਵਿਧਾਨ ਨੇ, ਨੌਕਰੀ ਦਿੱਤੀ ਸੰਵਿਧਾਨ ਨੇ, ਲੀੜਾ ਕੱਪੜਾ ਦਿੱਤਾ ਸੰਵਿਧਾਨ ਨੇ, ਜ਼ਮੀਨ ਜਾਇਦਾਦ ਦਿੱਤੀ ਸੰਵਿਧਾਨ ਨੇ, ਘਰ ਘਾਟ ਦਿੱਤਾ ਸੰਵਿਧਾਨ ਨੇ, ਘੁੰਮਣ ਫਿਰਨ ਦਾ ਅਧਿਕਾਰ ਦਿੱਤਾ ਸੰਵਿਧਾਨ ਨੇ, ਨੌਕਰੀ ਤੇ ਤਰੱਕੀ ਦਾ ਅਧਿਕਾਰ ਦਿੱਤਾ ਸੰਵਿਧਾਨ ਨੇ, ਔਰਤਾਂ ਨੂੰ ਮਨੁੱਖ ਦੇ ਬਰਾਬਰ ਬਣਾਇਆ ਸੰਵਿਧਾਨ ਨੇ। ਜਾਣੀ ਜ਼ਿੰਦਗੀ ਦੀ ਕੋਈ ਐਸੀ ਚੀਜ਼ ਨਹੀਂ ਜਿਹੜੀ ਸੰਵਿਧਾਨ ਨੇ ਨਾ ਦਿੱਤੀ ਹੋਵੇ। ਇਹਦੇ ਬਾਵਜੂਦ ਵੀ ਸੰਵਿਧਾਨ ਕੋਈ ਮਾਨੇ ਨਹੀਂ ਰੱਖਦਾ ਇਸ ਦੇਸ਼ 'ਚ, ਭਗਵਾਨ ਮਾਨੇ ਰੱਖਦਾ ਹੈ। ਜਿਹੜੇ ਭਗਵਾਨ ਦੀ ਕੋਈ ਔਕਾਤ ਨਹੀਂ ਉਹ ਮਾਨੇ ਰੱਖਦਾ ਹੈ, ਔਰ ਜਿਹੜੇ ਸੰਵਿਧਾਨ ਦੀ ਔਕਾਤ ਦਾ ਮੁਕਾਬਲਾ ਭਗਵਾਨ ਕਰ ਹੀ ਨਹੀਂ ਸਕਦਾ, ਉਹ ਸੰਵਿਧਾਨ ਕਿਸੇ ਕੰਮ ਦੀ ਚੀਜ਼ ਨਹੀਂ ਲੋਕਾਂ ਵਾਸਤੇ। ਲੋਕਾਂ ਨੇ ਕਦੇ ਇਹਦਾ ਜ਼ਿਕਰ ਹੀ ਨਹੀਂ ਕੀਤਾ, ਲੋਕਾਂ ਨੇ ਇਹਦਾ ਚਿੰਤਨ ਹੀ ਨਹੀਂ ਕੀਤਾ ਕਦੇ। ਪਿਛਲੇ ਕਈ ਸਾਲਾਂ ਤੋਂ ਮੈਂ ਲਗਾਤਾਰ ਸੰਵਿਧਾਨ ਦੀ ਚਰਚਾ ਇਸ ਕਰਕੇ ਕਰਨੀ ਸ਼ੁਰੂ ਕੀਤੀ ਕਿ ਇਹ ਦੇਸ਼ ਦਾ ਦੁਸ਼ਮਣ ਜਿਹੜਾ ਆਜ਼ਾਦੀ ਦੀ ਲਹਿਰ ਦੇ ਖਿਲਾਫ ਲਿਖਤੀ ਰੂਪ ਚ ਮਾਫੀਆਂ ਮੰਗਦਾ ਰਿਹਾ,
और गद्दारी करता रहा, वो सत्ता च आके संविधान के खिलाफ मनु सिमरती नूं लागू करन दा बीड़ा चुकता रहा। तो मैं सोचिया कि पहला तो राष्ट्रपति KR नरैनन ने संविधान बचा लिया, भगवान तो बचा नहीं सकता। भगवान तो अपने आप नूं भी नहीं बचा सकता। जिन्होंने ब्राह्मण शराब दे के कुत्ता गधा ते सूर बना सकता है, वो अपने आप नूं की बचा सकता है। ਜਿਹੜਾ भगवान 2 साल की बच्ची नाल बलात्कार कर हुंदा है उदों नहीं पहुंचता। ਜਿਹੜਾ भगवान औरत का ढिड पाड़ के जो बच्चा कढ़ के बरछे ते टंगिया जाता है उदों नहीं पहुंचता। ਜਿਹੜਾ भगवान बच्चियां नाल बलात्कार करन तो बाद रुखां नाल टंग दित्तियां जांदियां उदों नहीं पहुंचता। वो भगवान मरण तो बाद साडा की करेगा, सानू तो सोचदे ही शर्म आउंदी है। पर जिहड़े संविधान ने दुश्मन की हर ताकत के बावजूद भी अजे मनुख नूं औरत नूं बचा के रखा होया है। और मैं एक दावा कर सकदा कि जिस दिन मनु सिमरती ब्राह्मण ने लागू करती और संविधान का कोई हीलाचारा खत्म हो गया और उस दिन असी साडियां औरतां, साडियां मावां, साडियां धीआं, साडियां पोतियां ते दोतियां सुरक्षित किवें रहणगियां, ये तो सारा इतिहास पढ़ के समझ लग जाती है। भारत के इतिहास दे विच ये जानी जिहड़ा असली इतिहास है वो सानू स्कूलों कॉलेजों च नहीं पढ़ाया जाता, यूनीवर्सिटियां च नहीं पढ़ाया जाता। असली इतिहास तो स्कूलों कॉलेजों ते यूनीवर्सिटियां तो बाहर पिया है। असी स्कूलों कॉलेजों का जिहड़ा इतिहास पढ़िया है ये साडे काम दा घट है। ये साडी बौद्धिकता नूं नपुंसक बनाउण वाला है। अगर असी बाहर बैठ के बामसिफ के माध्यम तो भारत का असली इतिहास ना पढ़िया हुंदा, ना जानिया हुंदा, तो असी कदे संविधान की चर्चा भी ना कर सकते। ये वीर बिल्ला सिंह, वीर सुक्खा सिंह जिहड़े संविधान की चर्चा कर रहे हैं, इस करके कर रहे हैं कि भारत के संविधान ने इन्हां नूं बोलण का अधिकार दिता, पढ़न का अधिकार दिता, सोचण का अधिकार दिता, तद ये संविधान की चर्चा कर रहे हैं। मैं बार बार की कहा, मैं तो एको बार ही निबेड़ती गल कि मेरे माँ बाप ने मैनू सिर्फ जन्म दिता है या फिर थोड़ी नौकरी लगन तक रोटी देती है या अपना प्यार दिता है, पर मैनू जिंदगी तो संविधान ने दिती है। मेरा घर, मेरे कपड़े, मेरी रोटी, मेरिया सहूलतां, मेरी विद्या, मेरी नौकरी, मेरी छां, मेरी धुप, मेरी हवा, मेरा पानी, मेरी ये धरती, मेरे ये प्लाट, ये तो मैनू भारतीय संविधान ने दिते है। और मेरी जिंदगी च भगवान का कोई रोल नहीं है। किसी भगवान ने मेरे जीवन च कोई रोल नहीं किया। हाँ, मेरा बेड़ा गर्क किया होगा, मेरी बुद्धि भ्रष्ट की तो भगवान ने की। मैं तो मैरिट च आउण वाला बच्चा सी, मैं भगवान का राम नाम जपन लग गया। भगवान का ऐसा राम नाम जपन लग गया कि मैं तीजे दर्जे च 10वीं पास की। जानी मैरिट च आउण वाला बच्चा मैं। मेरा ख्याल जे तुसी मैनू जानते हो, सुनते हो या मेरे नाल थोड़ा कोई वास्ता है, तुसी आसानी नाल समझ सकते हो कि मैं मैरिट विच आउण वाला बच्चा सी। ये साबित हुंदा है। पर यकीन करियो
ਜਦੋਂ ਮੈਂ ਭਗਵਾਨ ਦੀ ਪੂਛ ਫੜੀ ਤੇ ਮੈਂ ਭਾਵ ਸਾਗਰ ਦੇ ਵਿੱਚ ਭਗਵਾਨ ਦੀ ਪੂਛ ਫੜ ਕੇ ਤਰਨ ਦਾ ਯਤਨ ਕੀਤਾ, ਮੈਂ 10ਵੀਂ ਦੇ ਵਿੱਚ ਸਿਰਫ 46% ਨੰਬਰ ਲੈ ਕੇ ਪਾਸ ਹੋਇਆ। ਔਰ ਮੈਂ ਕਦੇ ਵੀ ਫਿਰ ਮਿੱਤਰੋ, ਮੈਂ ਕਦੇ ਵੀ ਦੁਬਾਰਾ ਉਸ ਪਟੜੀ ਤੇ ਨਹੀਂ ਚੜ ਸਕਿਆ ਜਿਹੜੀ ਪਟੜੀ ਤੇ ਮੈਂ 1980 ਤੋਂ ਬਾਅਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਪੜ੍ਹਨ ਤੋਂ ਬਾਅਦ ਚੜਿਆ। ਜਦੋਂ ਮੈਂ ਸੰਵਿਧਾਨ ਦੀ ਚਰਚਾ ਕਰਨ ਲੱਗਿਆ, ਮੈਨੂੰ ਨਹੀਂ ਪਤਾ ਕਿ ਭਾਰਤ ਦੇ ਵਿੱਚ ਹੋਰ ਵੀ ਕਿਸੇ ਨੇ ਇਸ ਤਰ੍ਹਾਂ ਦੀ ਚਰਚਾ ਕੀਤੀ ਹੈ ਜਾਂ ਨਹੀਂ, ਮੇਰੇ ਧਿਆਨ 'ਚ ਨਹੀਂ ਆਇਆ। ਪਰ ਮੈਂ ਜਦੋਂ ਸੰਵਿਧਾਨ ਸਾਹਮਣੇ ਰੱਖ ਕੇ ਲੋਕਾਂ ਨੂੰ ਇਹ ਦੱਸਿਆ ਕਿ ਭਾਰਤ ਦੇ ਸੰਵਿਧਾਨ ਦੀ ਪਹਿਲੀ ਸਤਰ ਵੀ ਦੀ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ। ਮਿੱਤਰੋ, ਮੈਂ ਜਦ ਇਹਦੀ ਵਿਆਖਿਆ ਕੀਤੀ, ਇੰਡੀਆ ਦੈਟ ਇਜ਼ ਭਾਰਤ, ਜਦੋਂ ਮੈਂ ਇਹਦੀ ਵਿਆਖਿਆ ਕੀਤੀ, ਵਾਰ-ਵਾਰ ਵਿਆਖਿਆ ਕੀਤੀ, ਅੱਜ ਪੂਰੇ ਭਾਰਤ ਦੇ ਲੋਕ ਹੈ ਜਿਹੜੇ ਵਾਮਸੇਵ ਦੇ ਜਾਂ ਸਿਆਣੇ ਲੋਕ ਹੈ, ਉਹ ਇਸ ਇੱਕ ਲਾਈਨ ਦੀ ਚਰਚਾ ਤੇ ਘੰਟਿਆਂ ਵੱਧੀ ਵਿਚਾਰ ਦਿੰਦੇ ਆ। ਭਾਰਤ ਦੇ ਸੰਵਿਧਾਨ ਦੀਆਂ ਧਾਰਾਵਾਂ ਤੇ ਮੈਂ ਲਗਾਤਾਰ 1 ਮਹੀਨਾ ਬੋਲਿਆ। ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਮੈਂ 1 ਮਹੀਨੇ ਲਗਾਤਾਰ ਚਰਚਾ ਕੀਤੀ। ਲੋਕਾਂ ਨੇ ਕਿਹਾ ਕਿ ਉਹਦੀਆਂ ਸੀਡੀਆਂ ਬਣਾਤੀਆਂ ਜਾਣ, ਮੈਂ ਸੀਡੀਆਂ ਵੀ ਬਣਾਤੀਆਂ। ਸਵਾਲ ਤਾਂ ਇਹ ਹੈ ਕਿ ਪੜਾਉਣਾ ਸੁਣਾਉਣਾ ਕਿਹਨੂੰ ਹੈ? ਸੀਡੀ ਕੌਣ ਵੇਖੇਗਾ? ਜਿੱਥੇ ਅੱਧ ਕੱਜੀਆਂ ਔਰਤਾਂ ਦੀਆਂ ਟੀਵੀ ਦੇ ਉੱਤੇ ਰੋਜ਼ ਹਰ ਚੈਨਲ ਦੇ ਉੱਤੇ ਫਿਲਮਾਂ ਚੱਲਦੀਆਂ, ਜਿੱਥੇ ਸੱਸ ਬਹੂ ਅਤੇ ਹੋਰ ਜਿਹੜੇ ਲੋਕ ਹੈ ਜਾਂ ਕੁੜੀਆਂ ਹੈ, ਉਹਨਾਂ ਦੇ ਵਿਚਕਾਰ ਨਜਾਇਜ਼ ਔਲਾਦ ਹੈ ਜਿਹੜੀ ਉਹ ਘੁੰਮਦੀ ਨਜ਼ਰ ਆਉਂਦੀ ਹੈ, ਜਿੱਥੇ ਘਰ ਦੀ ਹਰ ਕੁੜੀ ਬਾਹਰ ਨੂੰ ਭੱਜਣ ਨੂੰ ਕਰਦੀ ਹੈ ਤੇ ਬਾਹਰ ਗਈ ਨਵੇਂ ਤੋਂ ਨਵਾਂ ਸਿਆਪਾ ਖੜਾ ਕਰਕੇ, ਜਾਣੀ ਚਾਹੇ ਮੁੰਡਾ ਚਾਹੇ ਕੁੜੀ ਹੈ, ਉਹ ਨਵੇਂ ਤੋਂ ਨਵੇਂ ਸਿਆਪੇ ਪਾਉਂਦੇ ਆ। ਉੱਥੇ ਸੰਵਿਧਾਨ ਕੌਣ ਪੜ੍ਹੇਗਾ? ਉੱਥੇ ਸੰਵਿਧਾਨ ਦੇਖੇਗਾ ਵੀ ਕੌਣ? ਜਿਹੜੀਆਂ ਕੁੜੀਆਂ ਆਪਣਾ ਸਰੀਰ ਦਿਖਾਉਣ ਵਾਸਤੇ ਕਰੋੜ ਕਰੋੜ 2-2 ਕਰੋੜ 4-4 ਕਰੋੜ ਰੁਪਈਆ ਲੈਂਦੀਆਂ, ਉਹਨਾਂ ਨੂੰ ਕੋਈ ਦੇਖੇਗਾ ਜਾਂ ਸੰਵਿਧਾਨ ਵੇਖੇਗਾ? ਤੇ ਗੱਲ ਤਾਂ ਬਹੁਤ ਕੌੜੀ ਹੈ, ਪਰ ਹੈ ਤਾਂ ਸੱਚ ਇਹ। ਅਗਰ ਕਿਸੇ ਔਰਤ ਨੂੰ ਇਹ ਕਿਹਾ ਜਾਂਦਾ ਹੈ ਕਿ ਕੋਸ਼ਿਸ਼ ਕਰੋ ਕਿ ਤੁਹਾਡੇ ਕੱਪੜੇ ਜਿਹੜੇ ਆ ਉਹ ਸਲੀਕੇ ਵਾਲੇ ਹੋਣ, ਤਾਂ ਇਹਦੇ ਤੇ ਬਹੁਤ ਵੱਡੇ ਹੰਗਾਮੇ ਹੁੰਦੇ ਆ। ਵੱਡੇ ਵੱਡੇ ਲੋਕਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ। ਦਰਅਸਲ ਇਹ ਸਾਰੀਆਂ ਚੀਜ਼ਾਂ ਜਿਹਨਾਂ ਦਾ ਮੈਂ ਸੰਕੇਤ ਦੇ ਰਿਹਾ, ਇਹ ਸਾਨੂੰ ਸੰਵਿਧਾਨ ਲਈ ਕਦੇ ਜਾਣ ਦਿੰਦੇ ਆ? ਚਲੋ ਮੰਨ ਲਓ ਕਿ ਕਰੋੜਾਂ ਕਰੋੜਾਂ ਕੁੜੀਆਂ ਨੇ ਫੈਸ਼ਨ ਕਰ ਲਿਆ, ਜਿਹੇ ਜਿਹੇ ਜੀ ਕੀਤਾ ਕੱਪੜੇ ਪਾ ਲਏ, ਲਾ ਲਏ ਜਾਂ ਪਾ ਲਏ, ਉਹਨਾਂ ਨੇ ਆਪਣੀ ਆਜ਼ਾਦੀ ਵਰਤ ਲਈ। ਪਰ ਉਹਨਾਂ ਕਰੋੜਾਂ ਕੁੜੀਆਂ ਨੂੰ ਇਹ ਪੁੱਛੋ ਕਿ ਕਦੀ ਸੰਵਿਧਾਨ ਵੇਖਿਆ? ਜਿਹੜੀਆਂ ਕਰੋੜਾਂ ਔਰਤਾਂ ਨੌਕਰੀ ਲੱਗੀਆਂ ਪੜ੍ਹੀਆਂ, ਉਹਨਾਂ ਨੂੰ ਪੁੱਛੋ ਕਿ ਕਦੇ ਸੰਵਿਧਾਨ ਵੇਖਿਆ? ਹਰ ਕੋਈ ਆਜ਼ਾਦੀ ਲੈਣਾ ਚਾਹੁੰਦਾ ਹੈ, ਪਰ ਸੰਵਿਧਾਨ ਨਹੀਂ ਵੇਖਣਾ ਚਾਹੁੰਦਾ, ਸੰਵਿਧਾਨ ਪੜ੍ਹਨਾ ਨਹੀਂ ਚਾਹੁੰਦਾ। ਔਰ ਇਹ ਚਰਚਾ ਅਸੀਂ ਕਿਉਂ ਸ਼ੁਰੂ ਕੀਤੀ ਹੈ? ਕਿਉਂਕਿ ਸਾਨੂੰ ਇਸ ਸੰਵਿਧਾਨ ਦੀ ਬਦੌਲਤ ਮਿਲਿਆ ਕੁਛ। ਸਾਨੂੰ ਕੋਈ ਭਗਵਾਨ ਦੇਣ ਵਾਲਾ ਨਹੀਂ ਹੈ, ਕੋਈ ਦੇਵੀ ਦੇਵਤਾ ਸਾਨੂੰ ਕੁਛ ਨਹੀਂ ਦੇਣ ਵਾਲਾ। ਮੈਂ ਉਹਨਾਂ ਦੇ ਨਾਂ ਕਿਉਂ ਲਵਾਂ? ਤੁਸੀਂ ਕਿਹੜਾ ਜਾਣਦੇ ਨਹੀਂ ਹੈ? ਇਹ ਜਿਹੜੇ ਚੋਲਾਧਾਰੀ ਜਗਤ ਗੁਰੂ ਹੈ, ਜੇ ਇਹ ਦੇਣ ਜੋਗੇ ਕੁਛ ਹੁੰਦੇ ਤਾਂ ਇਹਨਾਂ ਦੇ ਆਪ ਦੇ ਮਹਿਲ ਅਰਬਾਂ ਰੁਪਈਏ ਦੇ ਕਿਵੇਂ ਖੜੇ ਹੋ ਜਾਂਦੇ? ਉਹ ਲੋਕੋ,
मैं ਤੁਹਾਨੂੰ ਪੁੱਛਦਾ ਹਾਂ ਕਿ ਜੇ ਕੁਝ ਦੇਣ ਜੋਗੇ ਹੁੰਦੇ ਇਹਨਾਂ ਦੇ ਅਰਬਾਂ ਦੇ ਮਹਿਲ ਕਿਵੇਂ ਖੜੇ ਹੋ ਜਾਂਦੇ? ਤੁਹਾਡੇ ਤਾਂ ਉਹੀ ਝੌਂਪੜੀ, ਉਹੀ ਕੱਚਾ ਕੋਠਾ ਜਾਂ ਉਹੀ ਪੱਕਾ ਕੋਠਾ ਹੈ, ਉਹ ਤਾਂ ਨਹੀਂ ਬਦਲਿਆ। ਤੁਹਾਡੇ ਜਵਾਕ ਵੀ ਉਹੀ ਹੈ, ਤੁਹਾਡਾ ਜੀਵਨ ਵੀ ਉਹੀ ਹੈ। ਤੁਹਾਡਾ ਖਾਣਾ ਪੀਣਾ ਤੁਹਾਡੀ ਆਪਣੀ ਜਾਇਦਾਦ ਜਾਂ ਤੁਹਾਡੀ ਆਪਣੀ ਕਮਾਈ ਤੇ ਨਿਰਭਰ ਹੈ। ਇਹਨਾਂ ਚੋਲਾਧਾਰੀਆਂ ਨੇ ਤੁਹਾਨੂੰ ਕੁਝ ਨਹੀਂ ਦਿੱਤਾ। ਹਾਂ, ਤੁਹਾਨੂੰ ਲੁੱਟ ਜ਼ਰੂਰ ਲਿਆ, ਭਗਵਾਨ ਨੇ ਵੀ ਲੁੱਟ ਲਿਆ। ਤੁਸੀਂ ਭਗਵਾਨ ਦੇ ਨਾਂ ਤੇ ਮੰਦਰਾਂ, ਗੁਰਦੁਆਰਿਆਂ 'ਚ ਜਾਂ ਹੋਰ ਥਾਵਾਂ ਦੇ ਉੱਤੇ ਅਰਬਾਂ ਖਰਬਾਂ ਨਰਬਾਂ ਰੁਪਈਆ ਚੜਾਉਂਦੇ ਹੋ, ਔਰ ਉਹਨਾਂ ਦੇ ਕੋਲੇ ਇੰਨਾ ਸੋਨਾ, ਹੀਰੇ ਜਵਾਹਰਾਤ ਤੇ ਮੋਤੀ ਤੁਸੀਂ ਇਕੱਠੇ ਕਰ ਦਿੱਤੇ ਹੈ ਕਿ ਤੁਹਾਡੀ 40 ਕਰੋੜ ਬੰਦਿਆਂ ਦੀ ਜਿਹੜੀ ਨਰਕ ਜ਼ਿੰਦਗੀ ਹੈ ਉਹ ਇਹਦੇ ਕਰਕੇ ਹੈ, ਭਗਵਾਨ ਕਰਕੇ ਹੈ, ਇਹ ਚੋਲਾਧਾਰੀਆਂ ਕਰਕੇ ਹੈ, ਇਹ ਜਗਤ ਗੁਰੂਆਂ ਕਰਕੇ ਹੈ। ਜਦੋਂ ਤੁਸੀਂ ਨੌਕਰੀ ਕਰਦੇ ਆ, ਤੁਹਾਡੇ ਸ਼ੀਸ਼ੇ ਦੇ ਹੇਠ ਕਿਸੇ ਨਾ ਕਿਸੇ ਚੋਲਾਧਾਰੀ ਦੇ ਜਾਂ ਕਿਸੇ ਮਹਾਂਪੁਰਖ ਦੇ ਧਾਰਮਿਕ ਸ਼ਬਦ ਲਿਖ ਕੇ ਰੱਖੇ ਹੁੰਦੇ ਆ, ਜਾਂ ਫਿਰ ਤੁਸੀਂ ਦੇਵੀ ਦੇਵਤਿਆਂ ਦੀਆਂ, ਸੰਤਾਂ ਦੀਆਂ, ਗੁਰੂਆਂ ਦੀਆਂ, ਜਗਤ ਗੁਰੂਆਂ ਦੀਆਂ ਤਸਵੀਰਾਂ ਲਾ ਕੇ ਬੈਠਦੇ ਹੋ ਦਫ਼ਤਰਾਂ 'ਚ। ਅਗਰ ਮੈਂ ਸਹੀ ਕਹਾਂ, ਸੰਵਿਧਾਨ ਦੇ ਅਨੁਸਾਰ ਕਹਾਂ, ਤਾਂ ਇਹ ਸਭ ਤੋਂ ਜ਼ਿਆਦਾ ਸੰਵਿਧਾਨ ਨਾਲ ਨਹੀਂ, ਪੂਰੇ ਦੇਸ਼ ਨਾਲ ਗਦਾਰੀ ਵਰਗਾ ਕੰਮ ਹੈ। ਤੁਸੀਂ ਉਹਨਾਂ ਦੀਆਂ ਤਸਵੀਰਾਂ ਲਾ ਕੇ ਲੋਕਾਂ ਦੀਆਂ ਜੇਬਾਂ ਕੱਟਦੇ ਹੋ। ਪੂਰਾ ਦੇਸ਼ ਜਿਹੜਾ, ਪੂਰੇ ਦੇਸ਼ ਦਾ ਜਿਹੜਾ ਇਹ ਸਰਕਾਰੀ ਸਿਸਟਮ ਬਣਾਤਾ ਹੈ, ਇਹ ਜੇਬਾਂ ਕੱਟਣ ਵਾਲਿਆਂ ਦੀ ਭੀੜ ਹੈ। ਇਹ ਕੱਲੀਆਂ ਜੇਬਾਂ ਨਹੀਂ ਕੱਟਦੇ, ਖਜ਼ਾਨਾ ਵੀ ਪਾੜਦੇ ਆ। ਮੈਂ ਇਹਨਾਂ ਨੂੰ ਬਿੱਲ ਬਣਾਉਂਦੇ ਦੇਖਿਆ ਹੈ। ਸਾਰੀ ਜਿੰਨਾ ਚਿਰ ਮੈਂ ਨੌਕਰੀ ਕੀਤੀ ਹੈ, ਮੈਂ ਉਹਨਾਂ ਲੋਕਾਂ ਨੂੰ ਬਿੱਲ ਬਣਾਉਂਦੇ ਵੇਖਿਆ ਹੈ। ਮੈਂ ਹਵਾ 'ਚ ਬਿੱਲ ਉੜਦੇ ਵੇਖੇ ਇਹਨਾਂ ਦੇ, ਔਰ ਇਹਨਾਂ ਦੀਆਂ ਜੇਬਾਂ ਨੋਟਾਂ ਨਾਲ ਤੁੰਨੀ ਦੀਆਂ ਵੇਖੀਆਂ ਮੈਂ। ਇਹ ਚਪੜਾਸੀ ਤੋਂ ਲੈ ਕੇ ਅਫਸਰ ਤੱਕ, ਤੇ ਅਫਸਰ ਤੋਂ ਲੈ ਕੇ ਮੁਖੀ ਤੱਕ, ਔਰ ਮੁਖੀ ਤੋਂ ਲੈ ਕੇ ਮੰਤਰੀ ਤੇ ਮੁੱਖ ਮੰਤਰੀ ਤੱਕ, ਇਹ ਸਾਰੇ ਦੇ ਸਾਰੇ ਖਜ਼ਾਨੇ ਲੁੱਟਣ ਵਾਲੇ ਲੋਕ ਹੈ। ਇਹ ਆ ਸਾਡਾ ਧਰਮ। ਕਿਉਂ? ਕਿਉਂਕਿ ਸੰਵਿਧਾਨ ਦੀ ਪੂਜਾ ਨਹੀਂ ਕੀਤੀ, ਭਗਵਾਨ ਦੀ ਪੂਜਾ ਕੀਤੀ, ਧਰਮ ਦੀ ਪੂਜਾ ਕੀਤੀ, ਤੇ ਧਰਮ ਨੇ ਤੁਹਾਨੂੰ ਨਹੀਂ ਰੋਕਿਆ। ਅਗਰ ਸੰਵਿਧਾਨ ਲਾਗੂ ਹੋ ਜਾਂਦਾ ਤਾਂ ਤੁਹਾਡੀ ਕੀ ਮਜਾਲ ਸੀ, ਜਾਂ ਸਾਡੀ ਕੀ ਮਜਾਲ ਸੀ ਕਿ ਅਸੀਂ ਖਜ਼ਾਨੇ ਲੁੱਟ ਲੈਂਦੇ ਜਾਂ ਲੋਕਾਂ ਦੀਆਂ ਜੇਬਾਂ ਕੱਟ ਲੈਂਦੇ। ਸੰਵਿਧਾਨ ਲਾਗੂ ਨਹੀਂ ਹੋਇਆ, ਭਗਵਾਨ ਲਾਗੂ ਹੋ ਗਿਆ, ਧਰਮ ਲਾਗੂ ਹੋ ਗਿਆ, ਤੇ ਭਗਵਾਨ ਤੇ ਧਰਮ ਨੇ ਮਨੁੱਖ ਨੂੰ ਮਨੁੱਖ ਹੀ ਨਹੀਂ ਰਹਿਣ ਦਿੱਤਾ, ਜਾਨਵਰ ਬਣਾਤਾ। ਅਗਰ ਇਸ ਦੇਸ਼ 'ਚ ਸਿਰਫ 6.5 ਲੱਖ ਪਿੰਡ ਹੈ, ਔਰ ਹੁਣ ਤੱਕ ਜ਼ਿਆਦਾ ਨਹੀਂ ਤਾਂ 7-8 ਕਰੋੜ ਲੋਕ ਨੌਕਰੀ ਤੇ ਲੱਗ ਚੁੱਕੇ ਆ, ਔਰ 25-30 ਕਰੋੜ ਲੋਕ ਪੜ੍ਹ ਚੁੱਕੇ ਆ। ਕੋਈ 10ਵੀਂ ਪਾਸ ਕਰ ਗਿਆ, ਕੋਈ 12ਵੀਂ, ਕੋਈ 14ਵੀਂ, ਕੋਈ 16ਵੀਂ, ਕੋਈ ਉਦੋਂ ਉੱਤੇ ਪਾਸ ਹੈ। ਲੱਖਾਂ ਡਾਕਟਰ, ਲੱਖਾਂ ਇੰਜੀਨੀਅਰ, ਪਤਾ ਹੀ ਨਹੀਂ ਕੀ ਬਣ ਗਏ ਲੋਕ। ਇਹਨਾਂ ਨੂੰ ਪੁੱਛੋ ਸੰਵਿਧਾਨ ਵੇਖਿਆ? 1% ਲੋਕ ਤੁਹਾਨੂੰ ਨਹੀਂ ਮਿਲਣਗੇ ਜਿਨ੍ਹਾਂ ਨੇ ਸੰਵਿਧਾਨ ਵੇਖਿਆ। ਇਹੀ ਕਾਰਨ ਹੈ ਕਿ ਭਾਰਤ ਸੰਵਿਧਾਨ ਲਾਗੂ ਨਹੀਂ ਹੋਇਆ। ਭਾਰਤ ਸੰਵਿਧਾਨ ਲਾਗੂ ਨਹੀਂ ਹੋਇਆ, ਭਗਵਾਨ ਲਾਗੂ ਹੋ ਗਿਆ। ਔਰ ਭਗਵਾਨ ਦੀ ਆੜ 'ਚ, ਜਿਵੇਂ ਮੈਂ ਸਿੱਖਾਂ ਦੇ ਸ਼ੀਸ਼ਿਆਂ ਹੇਠ ਵੇਖਦਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਸਭ ਕੁਝ ਤੁਝ ਕੋ ਸੌਂਪਿਆ ਮੈਂ ਤੇਰਾ ਬੰਦਾ। ਇਹ ਹਜ਼ਾਰਾਂ ਲੋਕਾਂ ਦੀਆਂ ਸ਼ੀਸ਼ਿਆਂ ਹੇਠ ਦਫ਼ਤਰਾਂ 'ਚ ਮੈਂ ਲਿਖਿਆ ਵੇਖਿਆ। ਔਰ ਉਹ ਬੰਦਾ ਜਿਹੜਾ ਇਹੋ ਜਿਹੇ ਸ਼ਬਦ ਲਿਖ ਕੇ ਰੱਖਦਾ ਸੀ, ਉਹਨਾਂ ਨੇ ਲੋਕਾਂ ਨੂੰ ਭੇਡਾਂ ਬੱਕਰੀਆਂ ਦੀ ਤਰ੍ਹਾਂ ਮੰਨਿਆ।
ਔਰ ਮਿੱਤਰੋ, ਮੇਰੇ ਵੀਰੋ, ਜਿਨ੍ਹਾਂ ਲੋਕਾਂ ਨੂੰ ਭੇਡਾਂ ਬੱਕਰੀਆਂ ਦੀ ਤਰ੍ਹਾਂ ਮੁੰਨਿਆ, ਨਾ ਤਾਂ ਸੰਵਿਧਾਨ ਉਹਨਾਂ ਨੂੰ ਪਤਾ ਹੈ, ਤੇ ਜਿਨ੍ਹਾਂ ਨੇ ਮੁੰਨਿਆ ਨਾ ਸੰਵਿਧਾਨ ਉਹਨਾਂ ਨੂੰ ਪਤਾ ਹੈ। ਤੇ ਜਿਹੜੇ ਪੜ੍ਹ ਲਿਖ ਕੇ ਅੱਗੇ ਆਏ, ਜਿਵੇਂ ਕਈ ਆਦਮੀ ਮੈਨੂੰ ਕਹਿ ਦਿੰਦੇ ਆ ਜਾਂ ਹੋਰਾਂ ਨੂੰ ਵੀ ਕਹਿੰਦੇ ਆ ਕਿ ਪੜ੍ਹੇ ਲਿਖੇ ਨਾ ਹੋਣ ਕਾਰਨ ਦੇਸ਼ ਦੇ ਵਿੱਚ ਮੁਸੀਬਤਾਂ ਹੈ। ਔਰ ਮੈਂ ਹਮੇਸ਼ਾ ਇੱਕ ਗੱਲ ਕਹੀ ਹੈ ਕਿ ਇਸ ਦੇਸ਼ ਦੀਆਂ ਸਾਰੀਆਂ ਮੁਸੀਬਤਾਂ ਜਿਹੜੀਆਂ ਪੈਦਾ ਕੀਤੀਆਂ 1947 ਤੋਂ ਬਾਅਦ, ਉਹ ਪੜ੍ਹੇ ਲਿਖੇ ਲੋਕਾਂ ਨੇ ਪੈਦਾ ਕੀਤੀਆਂ। ਇਸ ਦੇਸ਼ ਦੀ ਗਰੀਬੀ, ਇਸ ਦੇਸ਼ ਦੀ ਅਨਪੜ੍ਹਤਾ, ਇਸ ਦੇਸ਼ ਦੀ ਬਿਮਾਰੀ ਔਰ ਇਸ ਦੇਸ਼ ਦੀ ਮੂਰਖਤਾ, ਉਹਦੇ 'ਚ ਸਭ ਤੋਂ ਵੱਡਾ ਹੱਥ ਅਗਰ ਹੈ ਤਾਂ ਪੜ੍ਹੇ ਲਿਖੇ ਲੋਕਾਂ ਦਾ ਹੈ। ਅਗਰ ਪੜ੍ਹੇ ਲਿਖੇ ਲੋਕਾਂ ਨੇ ਸੰਵਿਧਾਨ ਲਾਗੂ ਕੀਤਾ ਹੁੰਦਾ, ਅੱਜ ਦੇਸ਼ 'ਚ ਤੁਹਾਨੂੰ ਇੱਕ ਵੀ ਸਾਧ ਨਾ ਮਿਲਦਾ। ਇਹ ਜਿਹੜੇ ਮੰਦਿਰ ਗੁਰਦੁਆਰੇ ਨਾ, ਇਹ ਦੇਸ਼ ਦੇ ਕਾਨੂੰਨ ਅਨੁਸਾਰ ਪੈਦਾ ਹੁੰਦੇ, ਜਿਹੜੇ ਅੱਜ ਹਰ ਗਲੀ 'ਚ ਜਦੋਂ ਕਿਸੇ ਦਾ ਜੀ ਕਰਦਾ ਉਹ ਮੰਦਿਰ ਗੁਰਦੁਆਰਾ ਖੜਾ ਕਰ ਲੈਂਦਾ ਹੈ। ਜੇ ਮੰਦਿਰ ਗੁਰਦੁਆਰੇ ਖੜੇ ਕਰਨ ਨਾਲ ਧਰਮ ਹੋ ਜਾਂਦਾ ਤਾਂ ਅਸੀਂ ਮੰਨ ਲੈਂਦੇ ਕਿ ਸੰਵਿਧਾਨ ਤੋਂ ਵੱਡਾ ਭਗਵਾਨ ਹੈ। ਇਹ ਮੰਦਿਰ ਗੁਰਦੁਆਰੇ ਤਾਂ ਲੱਖਾਂ ਲੱਖਾਂ ਪੈਦਾ ਹੋ ਗਏ। ਪਤਾ ਨਹੀਂ ਕਿੰਨੇ ਲੱਖ ਮੰਦਿਰ ਹੈ, ਕਿੰਨੇ ਲੱਖ ਗੁਰਦੁਆਰੇ ਹੈ, ਕਿੰਨੇ ਲੱਖ ਗਿਰਜੇ ਹੈ, ਚਰਚ ਹੈ, ਤੇ ਕਿੰਨੇ ਲੱਖ ਮਸੀਤਾਂ ਹੈ, ਤੇ ਕਿੰਨੇ ਲੱਖ ਮੜੀਆਂ ਤੇ ਮਸਾਣਾ ਹੈ। ਕੋਈ ਅੰਤ ਹੀ ਨਹੀਂ ਹੈ। ਜਿਹਨੂੰ ਕੋਈ ਨਹੀਂ ਪੁੱਛਦਾ, ਉਹ ਆਪਦੇ ਘਰ ਦੇ ਖੂੰਜੇ 'ਚ ਰੱਬ ਘਰ ਬਣਾ ਕੇ ਬੈਠ ਜਾਂਦਾ ਹੈ ਤੇ ਦੀਵਾ ਜਗਾ ਛੱਡਦਾ ਉੱਥੇ, ਔਰ ਉਹਦੇ ਮੂਹਰੇ ਲੰਮਾ ਪੈ ਛੱਡਦਾ ਹੈ। ਭਾਰਤੀ ਸੰਵਿਧਾਨ ਲਾਗੂ ਨਹੀਂ ਹੋਇਆ, ਤੇ ਜਿਨ੍ਹਾਂ ਨੇ ਲਾਗੂ ਕਰਨਾ ਸੀ ਉਹ ਇੱਕ ਨੰਬਰ ਦੇ ਬੇਈਮਾਨ ਲੋਕ ਹੈ। ਇਹ ਠੱਗਾਂ ਦੀ ਸੰਤਾਨ ਪੈਦਾ ਹੋ ਗਈ ਅਸੀਂ ਸਾਰੇ ਦੇ ਸਾਰੇ। ਇਹ ਦੇਸ਼ ਆ ਜਿਹੜਾ, ਇਹਨੇ ਬੰਦੇ ਘੱਟ ਬਣਾਏ ਆ, ਠੱਗ ਬਹੁਤ ਬਣਾਏ ਆ। ਇਹਦੀ ਮਿੱਟੀ 'ਚ ਠੱਗ ਬਹੁਤ ਪੈਦਾ ਹੁੰਦੇ ਆ। ਔਰ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਜ਼ਿੰਦਗੀ ਭਰ ਪੁਸ਼ਤ ਦਰ ਪੁਸ਼ਤ ਲੋਕਾਂ ਨੂੰ ਲੁੱਟਿਆ ਹੈ, ਕੁੱਟਿਆ ਹੈ, ਲੋਕਾਂ ਨਾਲ ਬੇਈਮਾਨੀ ਕੀਤੀ ਹੈ, ਚੋਰੀਆਂ ਕੀਤੀਆਂ, ਡਾਕੇ ਮਾਰੇ ਹੈ, ਗਲੀ ਗਲੀ 'ਚ ਬੈਠ ਕੇ ਡਾਕੇ ਮਾਰੇ ਹੈ, ਉਹਨਾਂ ਲੋਕਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਉਹ ਸੰਵਿਧਾਨ ਲਾਗੂ ਕਰਨਗੇ। ਔਰ ਉਹ ਤਾਂ ਡਟ ਕੇ ਕਹਿ ਰਹੇ ਆ ਕਿ ਅਸੀਂ ਮਨੂ ਸਿਮਰਤੀ 2020 ਤੱਕ ਲਾਗੂ ਕਰ ਦੇਣੀ ਹੈ। ਉਹ ਤਾਂ ਰੋਜ਼ ਕਹਿ ਰਹੇ। ਹਿੰਦੂ ਰਾਸ਼ਟਰ ਦਾ ਮਤਲਬ ਹੀ ਇਹ ਆ। ਜਿਹੜੇ ਬਦਮਾਗ ਇੰਨੀ ਗੱਲ ਵੀ ਨਹੀਂ ਸਮਝਦੇ ਕਿ ਹਿੰਦੂ ਰਾਸ਼ਟਰ ਦਾ ਮਤਲਬ ਮਨੂ ਸਿਮਰਤੀ ਲਾਗੂ ਕਰਨਾ ਹੈ, ਤੇ ਜਿਨ੍ਹਾਂ ਨੇ ਸੰਵਿਧਾਨ ਨਹੀਂ ਵੇਖਿਆ ਉਹਨਾਂ ਨੇ ਮਨੂ ਸਿਮਰਤੀ ਕਦੋਂ ਵੇਖੀ ਹੈ? ਜਿਨ੍ਹਾਂ ਸੰਵਿਧਾਨ ਨਹੀਂ ਪੜ੍ਹਿਆ ਮਨੂ ਸਿਮਰਤੀ ਕਦੋਂ ਪੜ੍ਹੀ ਹੈ? ਭਾਰਤ ਦੀਆਂ ਔਰਤਾਂ ਦਾ ਜਿੰਨਾ ਬੁਰਾ ਹਾਲ ਹੋਇਆ ਹੈ ਤੇ ਜਿੰਨੀ ਬੇਪੱਤੀ ਹੋਈ ਹੈ, ਉਹ ਮਨੂ ਸਿਮਰਤੀ ਕਰਕੇ ਹੋਈ ਹੈ। ਉਹ ਮਨੂ ਸਿਮਰਤੀ ਕਰਕੇ ਹੋਈ ਹੈ। ਉਹਨਾਂ ਦੀ ਬੇਪੱਤੀ ਦਾ ਜ਼ਿਕਰ ਆ ਉਹਦੇ 'ਚ। ਔਰ ਜਿਨ੍ਹਾਂ ਦੀ ਬੇਪੱਤੀ ਹੋਈ ਹੈ, ਨਾ ਉਹਨਾਂ ਨੇ ਮਨੂ ਸਿਮਰਤੀ ਵੇਖੀ ਅੱਜ ਤੱਕ, ਔਰ ਨਾ ਉਹਨਾਂ ਨੇ ਸੰਵਿਧਾਨ ਵੇਖਿਆ ਹੈ। ਇਹ ਦੇਸ਼ ਬਦਲੇਗਾ ਤਾਂ ਕਿਵੇਂ ਬਦਲੇਗਾ? ਅੱਜ ਲੋੜ ਹੈ ਘੱਟੋ ਘੱਟ 1 ਲੱਖ ਆਦਮੀ ਰੋਜ਼ ਸੰਵਿਧਾਨ ਦੀ ਚਰਚਾ ਕਰਨ ਨਿਕਲੇ। ਮੇਰੇ ਵੀਰੋ, ਮੈਂ ਜਿਹੜੀ ਚਰਚਾ ਕਰ ਰਿਹਾ, ਜਾਂ ਵੀਰ ਬਿੱਲਾ ਸਿੰਘ ਜਾਂ ਸੁੱਖਾ ਸਿੰਘ ਨੇ ਚਰਚਾ ਕੀਤੀ ਹੈ, ਪਤਾ ਨਹੀਂ ਇਹਨੂੰ ਕੋਈ ਸੁਣੇਗਾ ਵੀ ਕਿ ਨਹੀਂ ਸੁਣੇਗਾ। ਉਹਨਾਂ ਦੋਨਾਂ ਨੇ ਗੱਲ ਕਹਿਤੀ, ਮੈਂ ਤੀਜੇ ਨੇ ਕਹਿਤੀ, ਕੋਈ 2-3 ਹੋਰ ਸੁਣ ਲੈਣਗੇ, 4। ਕੌਣ ਪਰਵਾਹ ਕਰਦਾ ਹੈ? ਕਿਸ ਨੂੰ ਪਰਵਾਹ ਹੈ ਇਸ ਦੇਸ਼ ਦੀ? ਜਿਨ੍ਹਾਂ ਨੂੰ ਪਰਵਾਹ ਉਹ ਬਣਾ ਰਹੇ ਆ।
ਜਿਨ੍ਹਾਂ ਨੂੰ ਪ੍ਰਵਾਹ ਉਹ ਦੇਸ਼ ਬਣਾ ਰਹੇ ਆਪਣਾ, ਉਹ ਹਿੰਦੂ ਰਾਸ਼ਟਰ ਬਣਾ ਰਹੇ ਆ, ਔਰ ਬਾਕੀ ਜੁੱਤੀਆਂ ਖਾ ਰਹੇ ਆ, ਗਲੀ ਗਲੀ 'ਚ ਜੁੱਤੀਆਂ ਖਾ ਰਹੇ। ਔਰ ਇਹ ਤਮਾਸ਼ਾ ਵੇਖਣ ਵਾਲਿਆਂ ਦੀ ਭੀੜ ਬਹੁਤ ਹੈ। 125 ਕਰੋੜ ਲੋਕ ਇਸ ਦੇਸ਼ ਦੇ ਇਹ ਤਮਾਸ਼ਾ ਦੇਖਣ ਵਾਲੇ ਲੋਕ ਹੈ, ਸਾਰੇ ਦੇ ਸਾਰੇ। ਸੋ ਮੇਰੇ ਵੀਰੋ, ਜਦੋਂ ਸਾਡਾ ਰਸਤਾ ਹੀ ਕੋਈ ਨਹੀਂ, ਸਾਡਾ ਧਰਮ ਹੀ ਕੋਈ ਨਹੀਂ, ਸਾਡਾ ਦੀਨ ਹੀ ਕੋਈ ਨਹੀਂ, ਸਾਡੀ ਅਕਲ ਮਤ ਤਾਂ ਦੁਸ਼ਮਣ ਲੈ ਜਾਂਦਾ ਕੱਢ ਕੇ, ਅਸੀਂ ਸੰਵਿਧਾਨ ਕਦੋਂ ਵੇਖਣਾ ਤੇ ਕਦੋਂ ਪੜ੍ਹਨਾ ਹੈ? ਨਹੀਂ ਪੜਾਂਗੇ ਤਾਂ ਇੱਕ ਦਿਨ ਅਸੀਂ ਮਨੁਸਮ੍ਰਿਤੀ ਦਾ ਰਾਜ ਵੇਖਾਂਗੇ, ਔਰ ਫਿਰ ਜੋ ਸਾਡਾ ਹੋਏਗਾ ਉਹ ਅਸੀਂ ਜਾਣਦੇ ਹਾਂ। ਰਾਮ ਨਹੀਂ ਜਾਣਦਾ, ਅਸੀਂ ਜਾਣਦੇ ਹਾਂ। ਸ਼ੰਭੂਕ ਜਾਣਦਾ ਹੈ ਕਿ ਮਨੁਸਮ੍ਰਿਤੀ ਦਾ ਕੀ ਅਰਥ ਹੈ। ਮੈਂ ਇਹਨਾਂ ਸਾਥੀਓ, ਇਹਨਾਂ ਵਿਚਾਰਾਂ ਨਾਲ ਸਹਿਮਤ ਹੁੰਦਿਆਂ ਹੋਇਆਂ ਕਿ ਭਾਰਤ ਦੇ ਸੰਵਿਧਾਨ ਤੇ ਸਾਨੂੰ ਲੱਖਾਂ ਲੋਕਾਂ ਨੂੰ ਲਗਾਤਾਰ ਚਰਚਾ ਕਰਨੀ ਚਾਹੀਦੀ ਹੈ। ਜੇ ਅਨਪੜ੍ਹ ਨਹੀਂ ਕਰ ਸਕਦਾ ਤਾਂ ਪੜ੍ਹੇ ਲਿਖੇ ਨੂੰ ਚਰਚਾ ਕਰਨੀ ਚਾਹੀਦੀ ਹੈ। ਜੈ ਭੀਮ, ਜੈ ਭਾਰਤ, ਨਮੋ ਬੁੱਧਾ।